ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਦੇ ਬੋਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਅਤੇ ਘਰਾਂ ਵਿੱਚ ਬੈਠ ਕੇ ਆਨੰਦ ਮਾਣ ਰਹੇ ਗੁਰੂ ਕੇ ਸਾਜੇ ਨਿਵਾਜੇ ਸਤਸੰਗੀ ਜਨੋਂ, ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ ਕਿ ਇਹ ਜਿਹੜਾ ਸਮਾਂ, ਇਹ ਦੌਰ ਜਿਹੜਾ ਚੱਲ ਰਿਹਾ ਹੈ, ਅਸੀਂ ਗੁਰਦੁਆਰਾ ਸਾਹਿਬ ਵਿਖੇ ਗੁਰੂ ਜੀ ਦੇ ਦਰਸ਼ਨ, ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਨਹੀਂ ਭਰ ਸਕਦੇ ਹਾਂ, ਪਰ ਸਤਿਗੁਰੂ ਜੀ ਮਿਹਰਮਤ ਕਰ ਦੇਣ, ਅਸੀਂ ਸਾਰੇ ਰਲ ਕੇ ਸੰਗਤੀ ਰੂਪ ਵਿੱਚ ਫਿਰ ਤੋਂ ਗੁਰੂ ਦੀ ਗੋਦ ਵਿੱਚ ਜੁੜ ਕੇ ਬੈਠ ਸਕੀਏ ਤੇ ਗੁਰੂ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਸਕੀਏ। ਆਪਾਂ ਸਾਰਿਆਂ ਨੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ, ਪ੍ਰਕਾਸ਼ ਦਿਵਸ, ਪ੍ਰਕਾਸ਼ ਪੁਰਬ 30 ਨਵੰਬਰ ਨੂੰ ਆ ਰਿਹਾ ਹੈ ਅਤੇ ਸਾਹਿਬਾਂ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਆਫਿਸਰ ਵੱਲੋਂ ਇੱਕ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਭ ਤੋਂ ਪਹਿਲੀ ਬਾਣੀ ਅਤੇ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਕੀਤੀ ਜਾਏਗੀ। ਸਾਹਿਬ ਮਿਹਰਮਤ ਕਰ ਦੇਣ, ਆਪ ਵਿੱਚ ਵਰਤ ਕੇ ਅਸੀਂ ਇਹ ਵਿਆਖਿਆ ਇੱਕ ਦੂਜੇ ਦੇ ਨਾਲ ਸਾਂਝੀ ਕਰਨੀ ਹੈ। ਗੁਰੂ ਜੀ ਦੇ ਜਿਹੜੇ ਵਿਚਾਰ ਹਨ ਉਹ ਸਾਂਝੇ ਕਰਨੇ ਹਨ, ਕਿਉਂਕਿ ਗੁਰੂ ਜੀ ਦੇ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਬੇਅੰਤ ਹੈ, ਅਥਾਹ ਹੈ। ਅਸੀਂ ਸਾਰੀ ਵਿਚਾਰ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਰ ਨਹੀਂ ਪਾ ਸਕਦੇ, ਪਰ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਜਿਹੜੀ ਹੈ, ਧੁਰ ਕੀ ਬਾਣੀ ਹੈ, ਉਸ ਨੂੰ ਅਸੀਂ ਵਿਚਾਰ ਕੇ ਆਪਣੇ ਜੀਵਨ ਵਿੱਚ ਜ਼ਰੂਰ ਢਾਲ ਸਕਦੇ ਹਾਂ ਤੇ ਆਪਣੇ ਜੀਵਨ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਢਾਲ ਸਕਦੇ ਹਾਂ। ਸੋਮਵਾਰ ਨੂੰ ਅਤੇ ਬੁੱਧਵਾਰ ਵਾਲੇ 2 ਦਿਨ ਸ਼ਾਮ ਦੇ ਜਿਹੜੇ ਦੀਵਾਨ ਹਨ, 6:30 ਵਜੇ ਤੋਂ ਲੈ ਕੇ 7 ਵਜੇ ਤੱਕ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਹੋਇਆ ਕਰਨਗੇ ਅਤੇ 7 ਵਜੇ ਤੋਂ ਲੈ ਕੇ 7:30 ਵਜੇ ਤੱਕ ਜਪਜੀ ਸਾਹਿਬ ਜੀ ਦੀ ਜਿਹੜੀ ਪਾਵਨ ਬਾਣੀ ਹੈ ਉਸ ਦੀ ਵਿਚਾਰ ਕੀਤੀ ਜਾਏਗੀ। ਅੱਜ ਆਪਾਂ ਜਪਜੀ ਸਾਹਿਬ ਜੀ ਦੇ ਬਾਰੇ ਕੁਝ ਵਿਚਾਰਾਂ ਕਰਨੀਆਂ ਹਨ। ਮੁੱਢਲੇ ਤੌਰ ਤੇ ਜਦੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਤਰਤੀਬ ਦਿੱਤੀ ਤੇ ਜਪ ਬਾਣੀ ਨੂੰ ਸਭ ਤੋਂ ਪਹਿਲਾਂ ਰੱਖਿਆ ਗਿਆ। ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਰੱਖਿਆ ਗਿਆ ਤੇ ਆਪਣੇ ਜੀਵਨ ਦਾ, ਰੋਜ਼ ਦਾ ਨਿਤਨੇਮ ਦਾ ਹਿੱਸਾ ਹੈ ਜਪ ਸਾਹਿਬ ਜੀ ਦੀ ਬਾਣੀ। ਵੈਸੇ ਜੇਕਰ ਆਪਾਂ ਪੁਰਾਤਨ ਸਮਿਆਂ ਤੋਂ ਇਤਿਹਾਸ ਵੱਲ ਝਾਤੀ ਮਾਰੀਏ
ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਵਿਖੇ ਰੋਜ਼ਾਨਾ ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਆਪ ਕਰਦੇ ਸਨ ਤੇ ਸੰਗਤ ਨੂੰ ਸੁਣਾਇਆ ਕਰਦੇ ਸਨ। ਭਾਈ ਗੁਰਦਾਸ ਜੀ ਦੀ ਵਾਰ ਇਸ ਗੱਲ ਦੀ ਤਕੀਦ ਕਰਦੀ ਹੈ, ਆਪਣੀ ਵਾਰ ਵਿੱਚ ਕਰਦੇ ਹਨ ਭਾਈ ਗੁਰਦਾਸ ਜੀ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਉਸ ਵੇਲੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਂਦੀ ਸੀ ਤੇ ਉਹ ਸਾਡੇ ਜੀਵਨ ਦਾ, ਸਾਡੇ ਸਾਰਿਆਂ ਦੇ ਜੀਵਨ ਦਾ ਅੰਮ੍ਰਿਤ ਵੇਲੇ ਦਾ ਇੱਕ ਹਿੱਸਾ ਹੈ। ਵੈਸੇ ਸਾਧ ਸੰਗਤ, ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ, ਜਪਜੀ ਸਾਹਿਬ ਜੀ ਦੀ ਬਾਣੀ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਆਪਣੇ ਘਰ ਵਿੱਚ ਜ਼ਰੂਰ ਰੋਜ਼ਾਨਾ ਪੜ੍ਹਨੀ ਹੈ, ਰੋਜ਼ਾਨਾ ਇਸ ਬਾਣੀ ਦਾ ਜਾਪ ਕਰਨਾ ਹੈ। ਵੈਸੇ ਕਈ ਵਾਰੀ ਆਪਾਂ ਦੇਖਦੇ ਹਾਂ, ਜੇਕਰ ਸਾਡੀ ਕਿਸੇ ਵਿਅਕਤੀ ਦੇ ਨਾਲ ਕੋਈ ਗੱਲਬਾਤ ਹੋ ਜਾਵੇ ਤੇ ਅਸੀਂ ਉਸ ਵਿਅਕਤੀ ਦੇ ਨਾਲ ਮਤਲਬ ਰੱਖਣਾ ਛੱਡ ਦਈਏ ਤੇ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਉਸ ਦੇ ਨਾਲ ਗੱਲ ਕਰਨਾ ਛੱਡਦੇ ਹਾਂ, ਬੋਲਚਾਲ ਬੰਦ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਸਾਡਾ ਇਹ ਹੁੰਦਾ ਹੈ ਕਿ ਮੈਂ ਇਸ ਦੇ ਨਾਲ, ਮੇਰਾ ਸੰਬੰਧ ਖਤਮ ਹੈ। ਜਦੋਂ ਸਾਨੂੰ ਕਿਸੇ ਦੇ ਨਾਲ ਰਿਸ਼ਤੇ ਜਾਂ ਸੰਬੰਧ ਖਤਮ ਕਰਨੇ ਹੋਣ ਤੇ ਅਸੀਂ ਉਸ ਨੂੰ ਬੁਲਾਉਣਾ ਛੱਡ ਦਿੰਦੇ ਹਾਂ, ਉਸ ਦੇ ਨਾਲ ਗੱਲਬਾਤ ਕਰਨਾ ਛੱਡ ਦਿੰਦੇ ਹਾਂ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਤੇ ਅਸੀਂ ਗੁਰੂ ਜੀ ਦੇ ਨਾਲ ਗੱਲ ਕਰਦੇ ਹੁੰਦੇ ਹਾਂ। ਪਰ ਸਾਧ ਸੰਗਤ ਧਿਆਨ ਦੇਣਾ, ਜੇਕਰ ਸਾਡੇ ਜੀਵਨ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਦਾ ਰੋਜ਼ਾਨਾ ਜਾਪ ਨਹੀਂ ਨਾ ਹੈ ਤੇ ਸਮਝੋ ਅਸੀਂ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਸ਼ਤਾ ਖਤਮ ਕਰ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦੀ ਸੱਚੀ ਬਾਣੀ ਨੂੰ ਆਪਣੇ ਜੀਵਨ ਵਿੱਚ ਵਸਾਉਣਾ ਹਰ ਇੱਕ ਸਿੱਖ ਦਾ ਫਰਜ਼ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਜਿਹੜੀ ਬਾਣੀ ਹੈ, ਜਪਜੀ ਸਾਹਿਬ ਜੀ ਦੀ ਬਾਣੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਾਰੰਭ ਹੁੰਦੇ ਹਨ। ਤੇ ਇਸ ਬਾਣੀ ਦਾ ਜਿਹੜਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹ ਆਇਆ ਹੈ ਜਪ। ਪਰ ਸਾਧ ਸੰਗਤ ਧਿਆਨ ਦੇਣਾ, ਜਿਹੜੇ ਪੁਰਾਤਨ ਹਸਤ ਲਿਖਤ ਸਰੂਪ ਸਾਡੇ ਕੋਲ ਮੌਜੂਦ ਹਨ ਤੇ ਜਦੋਂ ਅਸੀਂ ਉਹਨਾਂ ਸਰੂਪਾਂ ਦੇ ਦਰਸ਼ਨ ਕਰਦੇ ਹਾਂ ਜਾਂ ਉਹਨਾਂ ਦੇ ਸਰੂਪਾਂ ਦੇ ਵਿੱਚ ਜਿਹੜਾ ਤਤਕਰਾ ਲਿਖਿਆ ਹੋਇਆ ਹੈ, ਇੰਡੈਕਸ ਲਿਖਿਆ ਹੋਇਆ ਹੈ, ਉਸ ਥਾਂ ਤੇ ਜਪ ਬਾਣੀ ਦਾ ਨਾਮ ਲਿਖਿਆ ਹੋਇਆ ਹੈ ਜਪ ਨਿਸ਼ਾਨ। ਤੇ ਨਿਸ਼ਾਨ ਦੇ ਅਰਥ ਕਈ ਬਣਦੇ ਹਨ। ਨਿਸ਼ਾਨ ਨਗਾਰੇ ਨੂੰ ਵੀ ਆਖਿਆ ਜਾਂਦਾ ਹੈ, ਨਿਸ਼ਾਨ ਸਾਈਨ ਨੂੰ ਵੀ ਆਖਿਆ ਜਾਂਦਾ ਹੈ, ਚਿੰਨ੍ਹ ਨੂੰ ਵੀ ਨਿਸ਼ਾਨ ਆਖਿਆ ਜਾਂਦਾ ਹੈ। ਤੇ ਨਿਸ਼ਾਨ ਤੋਂ ਮਤਲਬ ਅਸੀਂ ਨਿਸ਼ਾਨ ਸਾਹਿਬ, ਤੁਝਾ, ਝੰਡੇ ਨੂੰ ਵੀ ਆਖਦੇ ਹਾਂ। ਪਰ ਕਈ ਵਿਦਵਾਨਾਂ ਨੇ ਵੱਖਰੇ ਵੱਖਰੇ ਅਰਥ ਇਸ ਦੇ ਕੀਤੇ ਹਨ। ਨਿਸ਼ਾਨ ਤੋਂ ਭਾਵ ਹੈ ਰਾਹਦਾਰੀ। ਤੇ ਜਦੋਂ ਸਾਡੇ ਕੋਲ ਕਿਸੇ ਵੀ ਦੇਸ਼ ਦੀ ਕੋਈ ਰਾਹਦਾਰੀ ਹੋਵੇ ਨਾ, ਤੇ ਸਾਨੂੰ, ਸਾਡੇ ਕੋਲ ਸਮਾਨ ਵੀ ਹੋਵੇ ਤੇ ਰਾਹਦਾਰੀ ਨਾ ਹੋਵੇ ਤੇ ਸਾਨੂੰ ਉਸ ਦੇਸ਼ ਵਿੱਚ ਐਂਟਰੀ ਨਹੀਂ ਮਿਲਦੀ, ਸਾਨੂੰ ਜਾਣ ਦੀ ਇਜਾਜ਼ਤ ਨਹੀਂ ਮਿਲਦੀ। ਪਰ ਜਦੋਂ ਸਾਡੇ ਕੋਲ ਰਾਹਦਾਰੀ ਹੋਵੇ ਤੇ ਸਾਨੂੰ ਕੋਈ ਰਸਤੇ ਵਿੱਚ ਰੋਕਦਾ ਨਹੀਂ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਹਨ ਕਿ ਜੇਕਰ ਤੇਰੇ ਜੀਵਨ ਵਿੱਚ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਰਾਹਦਾਰੀ ਹੈ ਨਾ ਤੇਰੇ ਆਤਮਿਕ ਜੀਵਨ ਵਿੱਚ, ਤੇ ਤੇਰੇ ਆਤਮਿਕ ਜੀਵਨ ਦੇ ਰਸਤੇ ਵਿੱਚ ਕੋਈ ਰੋਕ ਨਹੀਂ ਆਏਗੀ ਪਰਮਾਤਮਾ ਨੂੰ ਮਿਲਣ ਵਾਲੀ। ਵੈਸੇ ਸਾਧ ਸੰਗਤ, ਅਸੀਂ ਇਸ ਨੂੰ ਇੱਕ ਓੰਕਾਰ ਤੋਂ ਪ੍ਰਾਰੰਭ ਹੁੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਅਸੀਂ ਇਸ ਦਾ ਪਾਠ ਕਰਨਾ ਹੈ, ਕਿਵੇਂ ਕਰਨਾ ਹੈ? ਮੂਲ ਮੰਤਰ ਦਾ ਸਭ ਤੋਂ ਪਹਿਲਾਂ ਇੱਕ ਓੰਕਾਰ। ਓੰਕਾਰ ਜਦੋਂ ਅਸੀਂ ਇਸ ਬਾਣੀ ਦਾ ਪਾਠ ਕਰਦੇ ਹਾਂ, 3 ਹਿੱਸਿਆਂ ਦੇ ਵਿੱਚ ਵੰਡ ਕੇ ਅਸੀਂ ਪਾਠ ਕਰਨਾ ਹੈ। ਇੱਕ ਓੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਔਰ ਸਾਧ ਸੰਗਤ, ਗੁਰਬਾਣੀ ਦਾ
ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਉਚਾਰਨ ਸ਼ੁੱਧ ਹੋਵੇ, ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਗੁਰ ਪ੍ਰਸਾਦ ਬੋਲਣਾ ਹੈ, ਪ੍ਰਸ਼ਾਦ ਨਹੀਂ ਬੋਲਣਾ। ਜਦੋਂ ਅਸੀਂ ਸੱਸੇ ਤੇ ਥੱਲੇ ਪੈਰ ਨੂੰ ਬਿੰਦੀ ਲਾ ਦੇਵਾਂਗੇ, ਪ੍ਰਸ਼ਾਦ ਬਣ ਜਾਂਦਾ ਹੈ, ਦੇਗ ਬਣ, ਜਿਵੇਂ ਅਸੀਂ ਕੜਾ ਪ੍ਰਸ਼ਾਦ ਲੈਂਦੇ ਹਾਂ। ਪਰ ਅਸੀਂ ਇੱਥੇ ਉਚਾਰਨ ਕਰਨਾ ਹੈ ਗੁਰ ਪ੍ਰਸਾਦ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਮੂਲ ਮੰਤਰ ਦੇ, ਇਹ ਜਿਹੜਾ ਮੂਲ ਮੰਤਰ ਹੈ, ਇਸ ਦੇ ਬਹੁਤ ਸਾਰੇ ਸਰੂਪ ਆਏ ਹਨ, ਬਹੁਤ ਸਾਰੇ ਸਰੂਪ। ਸਭ ਤੋਂ ਜਿਹੜਾ ਵੱਡਾ ਸਰੂਪ ਹੈ, ਜਿਸ ਦਾ ਪਾਠ ਅਸੀਂ ਹੁਣੇ ਸਰਵਣ ਕੀਤਾ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਵੱਡਾ ਸਰੂਪ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰੀ ਆਇਆ ਹੈ। ਇਹ ਜਿਹੜਾ ਆਪਾਂ ਮੂਲ ਮੰਤਰ ਦਾ ਪਾਠ ਸਰਵਣ ਕੀਤਾ ਹੈ, ਇਹ 33 ਵਾਰੀ ਆਇਆ ਹੈ। ਇਸ ਮੂਲ ਮੰਤਰ ਦੇ ਹੋਰ ਵੀ ਸਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਹਨ, ਦਰਜ ਹਨ। ਜਿਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇ ਦਰਸ਼ਨ 524 ਵਾਰੀ ਹੁੰਦੇ ਹਨ। ਜਿਵੇਂ ਸੰਪੂਰਨ ਵੱਡੇ ਮੂਲ ਮੰਤਰ ਦੇ ਦਰਸ਼ਨ ਹੁੰਦੇ ਹਨ 33 ਵਾਰੀ, ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇ ਦਰਸ਼ਨ ਹੁੰਦੇ ਹਨ 524 ਵਾਰੀ। ਤੇ ਦੋ ਸਰੂਪ ਹੋਰ ਮਿਲਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਦੇ, ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ। ਇਹ ਸਰੂਪ 2 ਵਾਰੀ ਆਇਆ ਹੈ। ਤੇ ਇੱਕ ਸਰੂਪ ਹੋਰ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇਹ 9 ਵਾਰੀ ਆਇਆ ਹੈ। ਭਾਵ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਮੂਲ ਮੰਤਰ ਦੇ 568 ਵਾਰੀ ਦਰਸ਼ਨ ਹੁੰਦੇ ਹਨ। ਤੇ ਜੋੜਾ ਕਿਸ ਦੇ ਨਾਲ ਹੈ? ਇੱਕ ਦੇ ਨਾਲ। ਵੈਸੇ ਤਾਂ ਆਪਾਂ ਇਹ ਬਹੁਤ ਇਤਿਹਾਸ ਵੀ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਕਈ ਸਾਖੀਆਂ ਵੀ ਸੁਣਦੇ ਹਾਂ। ਗੁਰਸਿੱਖਾਂ ਨੇ ਜਦੋਂ ਆਪਣੇ ਜੀਵਨ ਵਿੱਚ ਕਮਾਈਆਂ ਕੀਤੀਆਂ ਹਨ ਤੇ ਸੈਂਕੜੇ ਵਾਰੀ ਬਾਣੀ ਦਾ ਪਾਠ ਕਈ ਗੁਰਸਿੱਖਾਂ ਨੇ ਤਾਂ, ਜਿਹੜੇ ਮਹਾਪੁਰਸ਼ ਹੋਏ ਹਨ, ਗੁਰਸਿੱਖ ਹੋਏ ਹਨ, ਗੁਰੂ ਦੇ ਪਿਆਰ ਵਾਲੇ ਹੋਏ ਹਨ, ਜਪਜੀ ਸਾਹਿਬ ਜੀ ਦੀ ਬਾਣੀ ਦਾ ਬੇਅੰਤ ਪਾਠ ਕੀਤੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਸ ਬਾਣੀ ਦਾ ਨਾਮ ਹੈ ਜਪ। ਤੇ 2 ਲਫ਼ਜ਼ ਅਸੀਂ ਆਪਣੇ ਵੱਲੋਂ ਲਗਾਉਂਦੇ ਹਾਂ ਸਤਿਕਾਰ ਵਜੋਂ, ਜੀ ਅਤੇ ਸਾਹਿਬ। ਸਤਿਕਾਰ ਵਜੋਂ ਅਸੀਂ ਇਸ ਬਾਣੀ ਨੂੰ ਜਪ ਜੀ ਸਾਹਿਬ ਆਖਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਮੂਲ ਮੰਤਰ ਤੋਂ ਬਾਅਦ ਸਿਰਲੇਖ ਸ਼ੁਰੂ ਹੁੰਦਾ ਹੈ, ਉੱਥੇ ਲਿਖਿਆ ਹੈ ਜਪ, ਉੱਥੇ ਜਪ ਲਿਖਿਆ ਹੈ। ਜਿਵੇਂ ਆਪਾਂ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਵੇਖੀਏ, ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਆਪਣੇ ਇਸ ਸਰੀਰ ਦਾ ਇਹ ਚੋਲਾ ਤਿਆਗਦੇ ਹਨ, ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਸੰਪੂਰਨ ਜਪਜੀ ਸਾਹਿਬ ਜੀ ਦਾ ਪਾਠ ਦਾ ਭੋਗ ਪਾਉਂਦੇ ਹਨ ਤੇ ਆਪਣਾ ਸਰੀਰ ਤਿਆਗਦੇ ਹਨ, ਆਪਣਾ ਸਰੀਰ ਤਿਆਗਦੇ ਹਨ। ਜਦੋਂ ਆਪਾਂ ਸਾਖੀਆਂ ਪੜ੍ਹਦੇ ਹਾਂ ਨਾ, ਇਤਿਹਾਸ ਪੜ੍ਹਦੇ ਹਾਂ, ਭਾਈ ਮਤੀਦਾਸ ਜੀ ਦੇ ਸਰੀਰ ਦੇ 2 ਫਾੜ ਹੋ ਗਏ ਨੇ, 2 ਖੰਡ ਹੋ ਗਏ ਨੇ, ਤੇ ਆਖਿਆ ਜਾਂਦਾ ਹੈ ਕਿ ਉਹਨਾਂ ਦੇ ਸਰੀਰ ਵਿੱਚੋਂ ਵੀ ਜਪਜੀ ਸਾਹਿਬ ਜੀ ਦੀ ਆਵਾਜ਼ ਆ ਰਹੀ ਸੀ। ਕਿਤਨੀ ਮਹਾਨ ਬਾਣੀ ਹੈ। ਜਦੋਂ ਅਸੀਂ ਇਸ ਬਾਣੀ ਦੀ ਵਿਚਾਰ ਪ੍ਰਾਰੰਭ ਕਰਨੀ ਹੈ ਤੇ ਸਭ ਤੋਂ ਪਹਿਲਾਂ ਇਸ ਬਾਣੀ ਦਾ ਆਪਾਂ ਨਾਲ ਸ਼ੁੱਧ ਉਚਾਰਨ ਵੀ ਕਰਨਾ ਹੈ। ਇਸ ਬਾਣੀ ਦਾ ਨਾਲ ਸ਼ੁੱਧ ਉਚਾਰਨ ਵੀ ਕਰਨਾ ਹੈ, ਕਿਉਂਕਿ ਜਦੋਂ ਅਸੀਂ ਇਸ ਬਾਣੀ ਦਾ ਸ਼ੁੱਧ ਉਚਾਰਨ ਕਰਾਂਗੇ, ਸਤਿਗੁਰੂ ਜੀ ਨੇ ਰਹਿਮਤ ਕਰਨੀ ਹੈ, ਸਾਡੇ ਧੁਰ ਅੰਦਰ ਤੱਕ ਇਹ ਬਾਣੀ ਵਸ ਜਾਣੀ ਹੈ ਤੇ ਇਸ ਬਾਣੀ ਦੇ ਰਾਹੀਂ ਸਾਡਾ ਸਾਰਿਆਂ ਦਾ ਜੀਵਨ ਸਫਲਾ ਹੋ ਜਾਣਾ ਹੈ। ਇਹ ਜਿਹੜੇ ਉਪਰਾਲੇ ਗੁਰਦੁਆਰਾ ਸਾਹਿਬ ਵੱਲੋਂ ਕੀਤੇ ਗਏ ਹਨ, ਸੋਮਵਾਰ ਨੂੰ ਅਤੇ ਬੁੱਧਵਾਰ ਨੂੰ ਇਸ ਬਾਣੀ ਦੀ ਵਿਆਖਿਆ ਕੀਤੀ ਜਾਏਗੀ। ਸਾਧਾਰਨ ਰੂਪ ਵਿੱਚ, ਸਿੰਪਲ ਰੂਪ ਵਿੱਚ, ਸੌਖੇ ਤਰੀਕੇ ਦੇ ਨਾਲ ਵਿਆਖਿਆ ਕੀਤੀ ਜਾ ਸਕੇਗੀ, ਤਾਂ ਕਿ ਸਾਰੀਆਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਹਿਲੀ ਬਾਣੀ ਹੈ ਜਪਜੀ ਸਾਹਿਬ, ਉਸ ਬਾਣੀ ਦਾ ਸ਼ੁੱਧ ਉਚਾਰਨ ਅਤੇ ਉਸ ਬਾਣੀ ਦੀ ਵਿਆਖਿਆ ਗੁਰੂ ਸਾਹਿਬ ਜੀ ਕੀ ਸਾਨੂੰ ਆਖਦੇ ਹਨ ਇਸ ਬਾਣੀ ਦੇ ਵਿੱਚ,
ਇਹ ਸਾਨੂੰ ਸਾਰਿਆਂ ਨੂੰ ਸਮਝ ਆ ਸਕੇ ਅਤੇ ਨਾਲ ਨਾਲ ਸਾਰੀਆਂ ਸੰਗਤਾਂ ਨੇ ਵੀ ਮੂਲ ਮੰਤਰ ਦੇ ਨਾਲ ਜਾਪ ਵੀ ਕਰਨੇ ਹਨ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਪਹਿਲੀ ਬਾਣੀ, ਜਿਸਥੋਂ ਗੁਰੂ ਗ੍ਰੰਥ ਸਾਹਿਬ ਜੀ ਸ਼ੁਰੂ ਹੁੰਦੇ ਹਨ ਮੂਲ ਮੰਤਰ ਤੋਂ, ਉਸ ਦੇ ਜਾਪ ਵੀ ਨਾਲ ਕਰਨੇ ਹਨ। ਤੇ ਅੱਜ ਅਸੀਂ ਇਸ ਜਪਜੀ ਸਾਹਿਬ ਜੀ ਦੇ ਬਾਰੇ ਇਤਨੀ ਹੀ ਜਿਹੜੀ ਪ੍ਰਾਰੰਭਤਾ ਵਾਸਤੇ ਗੱਲ ਕੀਤੀ ਹੈ। ਤੇ ਬੁੱਧਵਾਰ ਨੂੰ 7 ਵਜੇ ਤੋਂ ਲੈ ਕੇ 7:30 ਵਜੇ ਤੱਕ ਮੂਲ ਮੰਤਰ ਦੇ ਜਿਹੜੇ ਅਰਥ ਹਨ ਉਹ ਆਪ ਜੀ ਦੇ ਸਨਮੁਖ ਰੱਖੇ ਜਾਣਗੇ, ਆਪ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ। ਆਓ ਸਾਰੀਆਂ ਸੰਗਤਾਂ, ਜਿਤਨਾ ਵੀ ਸਮਾਂ ਬਚਿਆ ਹੈ, ਮੂਲ ਮੰਤਰ ਦਾ ਪਾਠ ਆਪ ਸਾਰੀਆਂ ਸੰਗਤਾਂ ਨੇ ਨਾਲ ਘਰਾਂ ਵਿੱਚ ਬੈਠ ਕੇ ਵੀ ਕਰਨਾ ਹੈ ਅਤੇ ਦਾਸ ਇੱਥੇ ਆਪ ਸਾਰੀਆਂ ਸੰਗਤਾਂ ਨੂੰ ਮੂਲ ਮੰਤਰ ਦਾ ਜਾਪ ਸਰਵਣ ਕਰਾਏਗਾ ਜੀ। ਆਪ ਸਾਰੀਆਂ ਸੰਗਤਾਂ ਨੇ ਹੱਥ ਜੋੜ ਕੇ ਇਹ ਬੇਨਤੀ ਵੀ ਕਰਨੀ ਹੈ ਕਿ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ ਸਾਨੂੰ ਸਾਰਿਆਂ ਨੂੰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਜਿਹੜੀ ਵਿਆਖਿਆ ਹੈ, ਜਿਹੜੇ ਅਰਥ ਹਨ, ਉਹ ਸਾਡੇ ਧੁਰ ਅੰਦਰ ਤੱਕ ਟਿਕ ਜਾਣ, ਤਾਂ ਕਿ ਜਿਹੜੀ ਬਾਣੀ ਦਾ ਅਸੀਂ ਰੋਜ਼ ਪਾਠ ਕਰਦੇ ਹਾਂ ਨਾ, ਕਈ ਵਾਰੀ ਦੇਖਦੇ ਹਾਂ ਅਸੀਂ ਪਾਠ ਕਰਦੇ ਹਾਂ, ਗੁਟਕੇ ਸਾਹਿਬ ਤੋਂ ਵੀ ਪਾਠ ਕਰਦੇ ਹਾਂ, ਜ਼ਬਾਨੀ ਵੀ, ਕੰਠ ਵੀ ਸਾਨੂੰ ਯਾਦ ਹੈ ਤਾਂ ਵੀ ਪਾਠ ਕਰਦੇ ਹਾਂ, ਪਰ ਪਾਠ ਕਰਦੇ ਕਰਦੇ ਕਈ ਵਾਰੀ ਇਵੇਂ ਲੱਗਦਾ ਹੈ ਕਿ ਪਤਾ ਨਹੀਂ ਇਹ ਮੈਂ ਪਹਿਲੀ ਪੌੜੀ ਪੜ੍ਹੀ ਕਿ ਨਹੀਂ ਪੜ੍ਹੀ, ਭੁੱਲ ਜਾਂਦੇ ਹਾਂ। ਕਿਉਂ? ਕਿਉਂਕਿ ਸਾਡੀ ਸੁਰਤ ਜਿਹੜੀ ਹੈ ਉਹ ਪਾਠ ਵਿੱਚ ਟਿਕੀ ਨਹੀਂ ਹੋਈ ਹੈ। ਤੇ ਬੜੇ ਧਿਆਨ ਨਾਲ, ਪਿਆਰ ਨਾਲ, ਸਤਿਕਾਰ ਨਾਲ ਸੁਰਤ ਟਿਕਾ ਕੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਅਸੀਂ ਪੜ੍ਹਾਂਗੇ ਤੇ ਸਤਿਗੁਰੂ ਜੀ ਆਪ ਰਹਿਮਤ ਕਰਨਗੇ। ਤੇ ਇਹ ਅਰਦਾਸ ਕਰਨੀ ਹੈ ਸਾਨੂੰ ਸਾਰਿਆਂ ਨੂੰ ਜਪਜੀ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਸ ਦੇ ਜਿਹੜੇ ਅਰਥ ਹਨ, ਉਸ ਦੇ ਜਿਹੜੇ ਵਿਚਾਰ ਹਨ, ਉਹ ਸਾਡੇ ਧੁਰ ਅੰਦਰ ਤੱਕ ਟਿਕ ਜਾਣ ਜੀ। ਆਓ ਸਾਰੇ ਰਲ ਕੇ ਮੂਲ ਮੰਤਰ ਦਾ ਜਾਪ ਕਰੀਏ। ਉਸ ਤੋਂ ਉਪਰੰਤ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ
ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰੀਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ